Hello students, how are you? So I welcome all of you in this plus one class after a long wait. So I am Paramjot Singh, your English teacher. Let's start. So ਅੱਜ ਦਾ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਬੱਚਿਆਂ ਦੀ ਸਟੱਡੀਜ਼ ਨੂੰ ਲੈ ਕੇ ਕਈ ਵਾਰ ਬਾਇਸ ਵਤੀਰਾ ਅਪਣਾ ਲੈਂਦੇ ਹਨ। ਬਾਇਸ ਹੁੰਦਾ ਪੱਖਪਾਤ ਵਾਲਾ ਕਿ ਲੜਕਾ ਹੈ ਚਲੋ ਇਹ 10th ਤੋਂ ਬਾਅਦ ਪੜ੍ਹੇਗਾ, ਲੜਕੀ ਹੈ ਨਹੀਂ 10th ਤੱਕ ਹੀ ਕਰਾਉਣਾ ਸੀ ਬਸ ਇਸ ਤੋਂ ਬਾਅਦ ਨਹੀਂ ਕਰਾਉਣਾ। ਸੋ ਇਸ ਤਰ੍ਹਾਂ ਦਾ ਹੀ ਵਤੀਰਾ ਬਾਇਸ ਵਤੀਰਾ ਸਾਡੇ ਸਮਾਜ ਵਿੱਚ ਵੀ ਫੈਲਿਆ ਹੋਇਆ ਹੈ। ਸੋ ਆਓ ਸੁਧਾ ਮੂਰਤੀ ਦੁਆਰਾ ਲਿਖਿਆ ਗਿਆ ਇਹ ਆਰਟੀਕਲ ਆਪਾਂ ਪੜ੍ਹੀਏ ਜਿਹਦੇ ਵਿੱਚ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਹਨ ਕਿ ਜਦੋਂ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਤੇ ਮੈਂ ਉਸ ਦਾ ਜਵਾਬ ਕਿਸ ਤਰ੍ਹਾਂ ਦਿੱਤਾ। ਸੋ ਆਜੋ ਪੜ੍ਹੀਏ ਲੈਸਨ ਫਰਸਟ, ਜੈਂਡਰ ਬਾਇਸ। ਸੁਧਾ ਮੂਰਤੀ 1950। ਸੁਧਾ ਮੂਰਤੀ ਜੋ ਕਿ 1950 ਵਿੱਚ ਜਨਮੀ ਇਜ਼ ਅ ਵੈਲ ਨੋਨ ਸੋਸ਼ਲ ਵਰਕਰ ਐਂਡ ਆਥਰ, ਇੱਕ ਬਹੁਤ ਵਿਖਿਆਤ ਸਮਾਜ ਸੇਵਿਕਾ ਅਤੇ ਲੇਖਕ ਹੈ। ਸ਼ੀ ਇਜ਼ ਰਿਨਾਊਂਡ ਫॉर ਹਰ ਨੋਬਲ ਮਿਸ਼ਨ ਆਫ ਪ੍ਰੋਵਾਈਡਿੰਗ ਕੰਪਿਊਟਰ ਐਂਡ ਲਾਇਬ੍ਰੇਰੀ ਫੈਸਿਲਿਟੀਜ਼ ਇਨ ਆਲ ਗਵਰਨਮੈਂਟ ਸਕੂਲਸ ਆਫ ਕਰਨਾਟਕਾ। ਉਹ ਕਰਨਾਟਕਾ ਦੇ ਸਕੂਲਾਂ ਦੇ ਵਿੱਚ ਕੰਪਿਊਟਰ ਅਤੇ ਲਾਇਬ੍ਰੇਰੀ ਦੀਆਂ ਸੁਵਿਧਾਵਾਂ ਪ੍ਰੋਵਾਈਡ ਕਰਾਉਣ ਦੇ ਇੱਕ ਨੇਕ ਮਿਸ਼ਨ ਕਰਕੇ ਜਾਣੀ ਜਾਂਦੀ ਹੈ। ਹਰ ਸਟੋਰੀਜ਼ ਡੀਲ ਵਿਦ ਲਾਈਵਸ ਆਫ ਕਾਮਨ ਪੀਪਲ ਐਂਡ ਸੋਸ਼ਲ ਇਸ਼ੂਜ਼। ਜਿਹੜੀਆਂ ਉਹ ਸਟੋਰੀਜ਼ ਲਿਖਦੀ ਹੈ ਉਹ ਆਮ ਲੋਕਾਂ ਦੇ ਨਾਲ ਤੇ ਸਮਾਜਿਕ ਮੁੱਦਿਆਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਆਫਟਰ ਅ ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਫਰੋਮ ਹੁਬਲੀ ਕੈਲਕਟਾ ਦੀ ਇੱਕ ਪਲੇਸ ਹੈ। ਹੁਬਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਸੁਧਾ ਮੂਰਤੀ went on to do an M.Tech in computer science from Indian Institute of Science, Bangalore। ਉਹ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸੁਧਾ ਮੂਰਤੀ ਬੈਂਗਲੋਰ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਕੰਪਿਊਟਰ ਸਾਇੰਸ ਦੀ M.Tech ਕਰਨ ਲਈ ਗਈ। In 2006 she was awarded the Padma Shri। 2006 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ। She is chairperson of Infosys Foundation and has successfully implemented various projects relating to poverty alleviation, education and health। ਉਹ Infosys Foundation ਵਿੱਚ chairperson ਵੀ ਸੀ ਅਤੇ ਉਹਨਾਂ ਨੇ ਕਈ ਪ੍ਰੋਜੈਕਟ ਇੰਪਲੀਮੈਂਟ ਕੀਤੇ ਯਾਨੀ ਲਾਗੂ ਕੀਤੇ। ਉਹ ਪ੍ਰੋਜੈਕਟ ਕਿਹੜੇ ਸੀ ਜਿਹੜੇ ਕਿ ਪਾਵਰਟੀ ਐਲੀਵੀਏਸ਼ਨ ਨਾਲ ਸੰਬੰਧ ਰੱਖਦੇ ਸੀ। ਸ਼ੀ ਇਜ਼ ਚੇਅਰਪਰਸਨ ਆਫ ਇਨਫੋਸਿਸ ਫਾਊਂਡੇਸ਼ਨ। ਉਹ ਇਨਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਹੈ ਐਂਡ ਹੈਜ਼ ਸਕਸੈਸਫੁਲੀ ਇੰਪਲੀਮੈਂਟਡ ਵੇਰੀਅਸ ਪ੍ਰੋਜੈਕਟਸ ਅਤੇ ਉਸਨੇ ਸਫਲਤਾਪੂਰਵਕ ਕਈ ਪ੍ਰੋਜੈਕਟ ਲਾਗੂ ਕੀਤੇ। ਉਹ ਪ੍ਰੋਜੈਕਟ ਕਿਹਦੇ ਨਾਲ ਸੰਬੰਧ ਰੱਖਦੇ ਸੀ? ਰਿਲੇਟਿੰਗ ਟੂ ਪਾਵਰਟੀ ਅਲੀਵੀਏਸ਼ਨ, ਕਿ ਜਿਹਦੇ ਨਾਲ ਪਾਵਰਟੀ ਕੀ ਹੁੰਦੀ ਹੈ? ਗਰੀਬੀ 'ਚ ਕਮੀ ਆਵੇ। ਹੋਰ ਕੀ ਸੀ? ਐਜੂਕੇਸ਼ਨ ਐਂਡ ਹੈਲਥ। ਤੇ ਉਹ ਪ੍ਰੋਜੈਕਟ ਹੋਰ ਕਿਹਦੇ ਨਾਲ ਸੰਬੰਧਿਤ ਸਨ? ਸਿੱਖਿਆ ਅਤੇ ਸਿਹਤ ਨਾਲ। This essay is an extract from the collection of stories How I Taught My Grandmother to Read। ਇਹ ਲੇਖ ਅੰਸ਼ ਇੱਕ ਕਹਾਣੀ ਸੰਗ੍ਰਹਿ ਦੀ ਕਿਤਾਬ How I Taught My Grandmother to Read ਵਿੱਚੋਂ ਲਿਆ ਗਿਆ ਹੈ। The book is a collection of 25 heartwarming stories। ਇਹ ਕਿਤਾਬ ਦਿਲ ਨੂੰ ਸਕੂਨ ਪਹੁੰਚਾਉਣ ਵਾਲੀਆਂ 25 ਕਹਾਣੀਆਂ ਦਾ ਸੰਗ੍ਰਹਿ ਹੈ from the life of the author ਸੁਧਾ ਮੂਰਤੀ, ਜਿਹੜੀਆਂ ਕਿ ਸੁਧਾ ਮੂਰਤੀ ਦੀ ਲਾਈਫ ਦੇ ਨਾਲ ਸੰਬੰਧਿਤ ਹਨ। ਇਨ ਦਿਸ ਪਾਰਟਿਕੂਲਰ ਐਸੇ, ਇਸ ਖਾਸ ਐਸੇ ਵਿੱਚ ਯਾਨੀ ਜਿਹੜਾ ਹੁਣ ਅਸੀਂ ਪੜ੍ਹ ਰਹੇ ਹਾਂ, the writer describes how she applied for and got a job that had been advertised solely for men। ਤੇ ਇਸ ਖਾਸ ਐਸੇ ਵਿੱਚ ਲੇਖਿਕਾ ਵਰਣਨ ਕਰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਇੱਕ ਜੋਬ ਲੈਣ ਲਈ ਅਪਲਾਈ ਕੀਤਾ। ਉਹ ਜੋਬ ਜਿਹਦੀ ਕਿ ਐਡਵਰਟਾਈਜ਼ਮੈਂਟ ਆਈ ਸੀ ਕਿ ਇਹ ਜੋਬ ਸਿਰਫ ਤੇ ਸਿਰਫ ਆਦਮੀਆਂ ਲਈ ਹੈ। When she was in the final year of the M.Tech course, ਜਦੋਂ ਉਹ M.Tech ਕੋਰਸ ਦੇ ਫਾਈਨਲ ਈਅਰ ਵਿੱਚ ਸੀ,
ਕਿੱਥੇ ਸੀ ਉਹ ਕੋਰਸ ਕਰਦੀ? ਐਟ ਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੈਂਗਲੌਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਵਿੱਚ। ਸੁਧਾ ਮੂਰਤੀ ਕੇਮ ਅਕ੍ਰੋਸ ਐਨ ਐਡਵਰਟਾਈਜ਼ਮੈਂਟ ਫॉर ਅ ਜੋਬ ਐਟ ਟੈਲਕੋ ਇਨ ਪੁਣੇ। ਟੈਲਕੋ ਕੰਪਨੀ ਦੇ ਵਿੱਚ ਸੁਧਾ ਮੂਰਤੀ ਦੇ ਸਾਹਮਣੇ ਇੱਕ ਜੋਬ ਆਈ ਜੋ ਕਿ ਪੁਣੇ ਵਿੱਚ ਸੀ। What caught her attention with regard to the advertisement was the line। ਉਸ ਐਡਵਰਟਾਈਜ਼ਮੈਂਟ ਦੀ ਉਹ ਲਾਈਨ ਜਿਸ ਨੇ ਸੁਧਾ ਮੂਰਤੀ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਲਾਈਨ ਕਿਹੜੀ ਸੀ? ਲੇਡੀ ਕੈਂਡੀਡੇਟਸ ਨੀਡ ਨੋਟ ਅਪਲਾਈ। ਇਸਤਰੀ ਉਮੀਦਵਾਰਾਂ ਨੂੰ ਇਸ ਵਿੱਚ ਅਪਲਾਈ ਕਰਨ ਦੀ ਲੋੜ ਨਹੀਂ ਹੈ। ਸ਼ੀ ਨੋਟ ਓਨਲੀ ਅਪਲਾਈਡ ਫॉर ਦ ਜੋਬ। ਫਿਰ ਕੀ ਹੋਇਆ? ਉਸਨੇ ਨਾ ਸਿਰਫ ਜੋਬ ਲਈ ਅਪਲਾਈ ਕੀਤਾ, ਟੇਕਿੰਗ ਇਟ ਐਜ਼ ਅ ਚੈਲੰਜ, ਅਤੇ ਇਸ ਨੂੰ ਇੱਕ ਚੈਲੰਜ ਵਾਂਗੂ ਲਿਆ, ਬਟ ਆਲਸੋ ਰੋਟ ਅ ਕਾਰਡ ਟੂ JRD ਟਾਟਾ। ਪਰ ਉਸਨੇ ਨਾਲ ਹੀ JRD ਟਾਟਾ ਨੂੰ ਇੱਕ ਕਾਰਡ ਵੀ ਲਿਖਿਆ, ਸਟੇਟਿੰਗ ਹਰ ਡਿਸਪਲੇਜ਼ਰ ਐਟ ਦਾ ਡਿਸਕ੍ਰਿਮੀਨੇਸ਼ਨ ਅਗੇਂਸਟ ਵੂਮਨ। ਸਟੇਟਿੰਗ ਹੁੰਦਾ ਬਿਆਨ ਕਰ ਰਿਹਾ ਸੀ। ਉਹ ਕਾਰਡ ਕੀ ਬਿਆਨ ਕਰ ਰਿਹਾ ਸੀ? ਹਰ ਡਿਸਪਲੇਜ਼ਰ। ਡਿਸਪਲੇਜ਼ਰ ਹੁੰਦਾ ਉਸ ਦੀ ਨਾ ਖੁਸ਼ੀ, ਯਾਨੀ ਉਹ ਇਸ ਚੀਜ਼ ਨਾਲ ਖੁਸ਼ ਨਹੀਂ ਸੀ। ਕਿਹੜੀ ਚੀਜ਼ ਨਾਲ ਨਹੀਂ ਖੁਸ਼ ਸੀ? ਐਟ ਦਾ ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਕੀ ਹੁੰਦੀ ਆ? ਭੇਦਭਾਵ ਅਗੇਂਸਟ ਵੂਮਨ, ਕਿ ਜਿਹੜੀ ਤੁਹਾਡੀ ਐਡਵਰਟਾਈਜ਼ਮੈਂਟ ਹੈ ਉਹ ਵੂਮਨ ਦੇ ਅਗੇਂਸਟ ਭੇਦਭਾਵ ਸ਼ੋਅ ਕਰਨ ਵਾਲੀ ਹੈ। ਮੈਂ ਇਸ ਨਾਲ ਨਾ ਖੁਸ਼ ਹਾਂ। ਸੁਧਾ ਮੂਰਤੀ ਵਾਸ ਸਰਪ੍ਰਾਈਜ਼ਡ ਟੂ ਬੀ ਕਾਲਡ ਫॉर ਦ ਇੰਟਰਵਿਊ। ਸੁਧਾ ਮੂਰਤੀ ਹੈਰਾਨ ਹੋ ਗਈ ਸੀ ਜਦੋਂ ਉਸ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਸ਼ੀ ਵਾਸ ਸ਼ੋਰ ਸ਼ੀ ਵੁੱਡ ਨੋਟ ਬੀ ਸਿਲੈਕਟਡ ਐਂਡ ਹੈਂਸ ਵਾਸ ਕੂਲ। ਉਸ ਨੂੰ ਪੱਕਾ ਪਤਾ ਸੀ ਕਿ ਉਹ ਸਿਲੈਕਟ ਤਾਂ ਹੋਏਗੀ ਨਹੀਂ, ਇਸ ਕਰਕੇ ਉਹ ਬਹੁਤ ਸ਼ਾਂਤ ਸੀ। ਐਟ ਦ ਇੰਟਰਵਿਊ ਸ਼ੀ was told that women were not selected as they would find it difficult to work on the shop floor। ਉਸ ਇੰਟਰਵਿਊ 'ਚ ਉਸ ਨੂੰ ਦੱਸਿਆ ਗਿਆ ਕਿ ਇਸਤਰੀਆਂ ਨੂੰ ਇਸ ਕਰਕੇ ਨਹੀਂ ਸਿਲੈਕਟ ਕੀਤਾ ਜਾਂਦਾ ਕਿ ਉਹਨਾਂ ਨੂੰ ਇਸ ਸ਼ੋਪ ਫਲੋਰ ਤੇ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ। However, this did not deter। ਡਿਟਰ ਹੁੰਦਾ ਰੋਕ ਕੇ ਰੱਖਣਾ ਕਿਸੇ ਨੂੰ। ਇਹ ਗੱਲ ਨੇ ਵੀ ਉਸ ਨੂੰ ਨਹੀਂ ਰੋਕ ਕੇ ਰੱਖਿਆ। However, this did not deter Sudha Murthy, and she said that a beginning had to be made sometime and somewhere। ਤਾਂ ਉਸਨੇ ਕਿਹਾ ਕਿ ਇਸ ਦੀ ਸ਼ੁਰੂਆਤ ਕਿਸੇ ਵੇਲੇ ਤੇ ਕਿਸੇ ਜਗ੍ਹਾ ਤੇ ਤਾਂ ਕਰਨੀ ਪਏਗੀ। ਸੁਧਾ ਮੂਰਤੀ ਵਾਸ ਆਫਰਡ ਦਾ ਜੋਬ। ਸੁਧਾ ਮੂਰਤੀ ਨੂੰ ਇਹ ਜੋਬ ਆਫਰ ਕਰ ਦਿੱਤੀ ਗਈ। ਲੇਟਰ ਸ਼ੀ ਮੈਟ JRD ਟਾਟਾ। ਬਾਅਦ ਵਿੱਚ ਉਹ JRD ਟਾਟਾ ਨੂੰ ਵੀ ਮਿਲੀ, who said that he was happy that women were becoming engineers। ਉਹਨਾਂ ਨੇ ਕਿਹਾ ਕਿ ਉਹ ਖੁਸ਼ ਸੀ ਕਿ ਹੁਣ ਇਸਤਰੀਆਂ ਇੰਜੀਨੀਅਰਸ ਬਣ ਰਹੀਆਂ ਹਨ। ਥੈਂਕਸ ਟੂ ਦਾ ਪ੍ਰੈਸੀਵੀਅਰੈਂਸ ਆਫ ਸੁਧਾ ਮੂਰਤੀ। ਪ੍ਰੈਸੀਵੀਅਰੈਂਸ ਹੁੰਦੀ ਹੈ ਦ੍ਰਿੜਤਾ, ਕਿ ਸੁਧਾ ਮੂਰਤੀ ਦੀ ਦ੍ਰਿੜਤਾ ਦਾ ਧੰਨਵਾਦ। ਵੂਮਨ ਇੰਜੀਨੀਅਰਸ ਹੈਵ ਬਿਕਮ ਵੈਰੀ ਕਾਮਨ ਇਨ ਟੂਡੇਜ਼ ਵਰਲਡ, ਕਿ ਅੱਜ ਕੱਲ੍ਹ ਦੀ ਦੁਨੀਆ ਵਿੱਚ ਵੂਮਨ ਇੰਜੀਨੀਅਰ, ਇਸਤਰੀ ਇੰਜੀਨੀਅਰਸ ਬਹੁਤ ਕਾਮਨ ਹੈ, ਆਮ ਗੱਲ ਹੈ। ਐਂਡ ਆਰ ਐਮਪਲੋਇਡ ਇਨ ਫੈਕਟਰੀਜ਼, ਅਤੇ ਹੁਣ ਫੈਕਟਰੀਜ਼ ਵਿੱਚ ਵੀ ਉਹ ਜੋਬ ਕਰਦੀਆਂ ਹਨ। ਚਲੋ ਹੁਣ ਆਪਾਂ ਇਹ ਐਸੇ ਸ਼ੁਰੂ ਕਰੀਏ ਜੋ ਕਿ ਸੁਧਾ ਮੂਰਤੀ ਦੁਆਰਾ ਹੀ ਲਿਖਿਆ ਗਿਆ ਹੈ। ਇਟ ਵਾਜ਼ ਲੌਂਗ ਟਾਈਮ ਅਗੋ। ਬਹੁਤ ਪਹਿਲਾਂ ਦੀ ਗੱਲ ਸੀ। ਆਈ ਵਾਜ਼ ਯੰਗ ਐਂਡ ਬ੍ਰਾਈਟ, ਬੋਲਡ ਐਂਡ ਆਈਡੀਅਲਿਸਟਿਕ। ਮੈਂ ਉਦੋਂ ਬੜੀ ਯੰਗ ਸੀ, ਦੇਖਣ ਵਿੱਚ ਸੋਹਣੀ ਸੀ, ਸਾਹਸੀ ਸੀ ਤੇ ਆਦਰਸ਼ਵਾਦੀ ਸੀ। I was in the final year of my master's course in computer science at the Indian Institute of Science IISc in Bangalore। ਮੈਂ ਉਸ ਵੇਲੇ ਬੈਂਗਲੌਰ ਦੇ IISc ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਕੰਪਿਊਟਰ ਸਾਇੰਸ ਦੇ ਮਾਸਟਰਸ ਕੋਰਸ ਦੀ ਫਾਈਨਲ ਈਅਰ ਵਿੱਚ ਸੀ। then known as the Tata Institute। ਉਹ ਉਸ ਵੇਲੇ ਟਾਟਾ ਇੰਸਟੀਚਿਊਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਾਈਫ ਵਾਜ਼ ਫੁੱਲ ਆਫ ਫਨ ਐਂਡ ਜੋਏ। ਉਸ ਟਾਈਮ ਜਿਹੜੀ ਜ਼ਿੰਦਗੀ ਸੀ ਬਹੁਤ ਮਜ਼ੇਦਾਰ ਅਤੇ ਖੁਸ਼ੀਆਂ ਭਰੀ ਸੀ। I did not know what helplessness or injustice meant। ਮੈਂ ਮਜਬੂਰੀ ਅਤੇ ਅਨਿਆਂ ਦੇ ਮਤਲਬ ਨੂੰ ਨਹੀਂ ਜਾਣਦੀ ਸੀ।